ਤਾਂ ਹੁਣ ਕੁਝ ਹੋਰ ਖਬਰਾਂ ਦਾ ਰੁਖ ਕਰ ਲੈਂਦੇ ਆ। ਖੇਤੀ ਕਾਨੂੰਨ ਨੂੰ ਲੈ ਕੇ ਲਗਾਤਾਰ ਅੰਦੋਲਨ ਚੱਲ ਰਿਹਾ, ਘਮਸਾਨ ਛਿੜਿਆ ਹੋਇਆ ਔਰ ਕਿਸਾਨਾਂ ਤੇ ਹੀ ਹੁਣ ਇਹ ਘਮਸਾਨ ਭਾਰੀ ਪੈਂਦਾ ਸ਼ੁਰੂ ਹੋ ਗਿਆ। ਪੰਜਾਬ ਦੇ ਵਿੱਚ ਇਸ ਵੇਲੇ ਕਣਕ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ, ਪਰ ਸੂਬੇ ਦੇ ਵਿੱਚ ਯੂਰੀਆ ਦਾ ਸਟਾਕ ਖਤਮ ਹੋਣ ਦੀ ਕਗਾਰ ਤੇ ਪਹੁੰਚ ਚੁੱਕਿਆ ਹੈ। ਇਹ ਤਸਵੀਰਾਂ ਬੇहद चिंताजनक ਨੇ। ਭਵਾਨੀਗੜ੍ਹ ਦੀ ਸਹਿਕਾਰੀ ਸੁਸਾਇਟੀ ਦੀਆਂ ਇਹਨਾਂ ਤਸਵੀਰਾਂ ਤੋਂ ਸਾਫ਼ ਸੰਕੇਤ ਮਿਲ ਰਹੇ ਨੇ ਕਿ ਜੇ ਹੁਣ ਵੀ ਸਥਿਤੀ ਨਾ ਸੁਧਰੀ ਤਾਂ ਪੰਜਾਬ ਦੇ ਕਿਸਾਨਾਂ ਤੇ ਕਿੰਨਾ ਵੱਡਾ ਸੰਕਟ ਆਉਣ ਵਾਲਾ ਹੈ। ਸੂਬੇ 'ਚ ਯੂਰੀਆ ਅਤੇ ਡੀਏਪੀ ਖਾਦ ਦਾ ਸਟਾਕ ਖਾਤਮੇ ਦੀ ਕਗਾਰ ਤੇ ਪਹੁੰਚ ਚੁੱਕਿਆ ਹੈ ਅਤੇ ਇਹ ਤਸਵੀਰਾਂ 'ਚ ਸਾਫ਼ ਨਜ਼ਰ ਆ ਰਿਹਾ ਹੈ। ਇਸ ਸੰਕਟ ਦੀ ਵੱਡੀ ਵਜ੍ਹਾ ਹੈ ਪੰਜਾਬ 'ਚ ਮਾਲ ਗੱਡੀਆਂ ਦਾ ਨਾ ਆਉਣਾ, ਜਿਸ ਕਰਕੇ ਖਾਦ ਦਾ ਨਵਾਂ ਸਟਾਕ ਪੰਜਾਬ ਨਹੀਂ ਪਹੁੰਚ ਰਿਹਾ। ਸਾਡੇ ਕੋਲ ਇਸ ਵਕਤ ਡੀਏਪੀ ਦਾ ਸਟਾਕ ਨਿਲ ਹੈ ਜੀ ਤੇ ਯੂਰੀਆ ਦਾ ਸਟਾਕ ਵੀ ਸਾਡੇ ਕੋਲੇ ਨਿਲ ਹੈ। ਡੀਏਪੀ ਦੀ ਸਾਡੀ ਜਿਹੜੀ ਡਿਮਾਂਡ ਹੈ ਜੇ ਘੱਟੋ ਘੱਟ 300 ਥੈਲੇ ਦੀ ਹੋਰ ਡਿਮਾਂਡ ਹੈ ਜੀ। ਯੂਰੀਆ ਦੀ 10000 ਥੈਲੇ ਦੀ ਡਿਮਾਂਡ ਹੈ ਜੀ ਸਾਡੀ, ਜਿਹਦੇ ਜੋ ਸਾਡੇ ਕੋਲੇ 750 ਥੈਲਾ ਹੁਣ ਤੱਕ ਆਇਆ ਸੀ। ਹੁਣ ਯੂਰੀਆ ਦੀ ਪੂਰੀ ਡਿਮਾਂਡ ਹੈ ਜੀ, ਯੂਰੀਆ ਮਿਲ ਨਹੀਂ ਰਿਹਾ ਸਾਨੂੰ ਗੱਡੀਆਂ ਬੰਦ ਹੋਣ ਕਰਕੇ। ਵੀ ਉਹਦਾ ਕੋਈ ਛੇਤੀ ਤੋਂ ਛੇਤੀ ਇਹ ਪ੍ਰਬੰਧ ਕੀਤਾ ਜਾਵੇ। ਖਾਦ ਦਾ ਸਟਾਕ ਖਤਮ ਹੋਣ ਦੀ ਕਗਾਰ ਤੇ ਹੈ, ਉਹ ਵੀ ਅਜਿਹੇ ਸਮੇਂ 'ਚ ਜਦੋਂ ਸੂਬੇ 'ਚ ਕਣਕ ਅਤੇ ਆਲੂ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਕਿਸਾਨਾਂ 'ਚ ਖਾਦ ਦੀ ਭਾਰੀ ਡਿਮਾਂਡ ਹੈ ਪਰ ਸਟਾਕ ਨਹੀਂ ਹੈ। ਇਸ ਸੰਕਟ ਦੇ ਲਈ ਕਿਸਾਨ ਕੇਂਦਰ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ। ਕੇਂਦਰ ਦੇ ਖਿਲਾਫ ਕਿਸਾਨਾਂ 'ਚ ਭਾਰੀ ਰੋਹ ਦੇਖਣ ਨੂੰ ਮਿਲ ਰਿਹਾ ਹੈ। ਇਹ ਸੈਂਟਰ ਦੀ ਸਰਕਾਰ ਹੈ ਜਿਹੜੀ ਇਹ ਬਦਲਾਖੋਰੀ ਦੀ ਭਾਵਨਾ ਦੇ ਨਾਲ ਇਹ ਸਾਰਾ ਕੁਝ ਕਰ ਰਹੀ ਆ। ਕਿਸਾਨਾਂ ਨੇ ਸਾਰੀ ਗੱਲ ਵਿਚਾਰ ਕੇ ਇਹਨਾਂ ਦੀਆਂ ਰੇਲਾਂ ਦੀਆਂ ਲਾਈਨਾਂ ਤੋਂ ਸਾਈਡ ਤੇ ਪਾਰਕਾਂ ਦੇ ਵਿੱਚ ਧਰਨੇ ਲਾਏ ਨੇ। ਇਸ ਕਰਕੇ ਇਸ ਟਾਈਮ ਦੇ ਵਿੱਚ ਯੂਰੀਆ ਦੀ ਡੀਏਪੀ ਦੀ ਬਹੁਤ ਵੱਡੀ ਜਿਹੜੀ ਕਿਸਾਨਾਂ ਦੀ ਲੋੜ ਆ, ਪਰ ਇਹਦੇ ਤੇ ਸਰਕਾਰ ਦੀ ਜਿਹੜਾ ਆਹ ਬਦਲਾਖੋਰੀ ਵਾਲੀ ਭਾਵਨਾ ਇਹਨੂੰ ਕਿਸਾਨ ਜਿਹੜੇ ਬਰਦਾਸ਼ਤ ਨਹੀਂ ਕਰਨਗੇ। ਖੇਤੀ ਕਾਨੂੰਨਾਂ ਤੇ ਕੇਂਦਰ ਅਤੇ ਕਿਸਾਨਾਂ ਵਿਚਾਲੇ ਚੱਲ ਰਿਹਾ ਘਮਸਾਨ ਨੇਪਰੇ ਚੜਦਾ ਨਜ਼ਰ ਨਹੀਂ ਆ ਰਿਹਾ। ਕਿਸਾਨ ਕਹਿ ਰਹੇ ਨੇ ਕਿ ਰੇਲਵੇ ਟਰੈਕ ਖਾਲੀ ਨੇ ਅਤੇ ਕੇਂਦਰ ਜਾਣਬੁੱਝ ਕੇ ਮਾਲ ਗੱਡੀਆਂ ਨਹੀਂ ਭੇਜ ਰਹੀ, ਤਾਂ ਉਧਰ ਕੇਂਦਰ ਰੇਲਵੇ ਟਰੈਕ ਪੂਰੀ ਤਰ੍ਹਾਂ ਖਾਲੀ ਹੋਣ ਦੀ ਕਲੀਅਰੈਂਸ ਮੰਗ ਰਹੀ ਹੈ। ਇਸ ਵਿਚਾਲੇ ਸਭ ਦੀਆਂ ਨਜ਼ਰਾਂ 13 ਨਵੰਬਰ ਨੂੰ ਹੋਣ ਵਾਲੀ ਉਸ ਮੀਟਿੰਗ ਤੇ ਟਿਕੀਆਂ ਨੇ ਜੋ 3 ਕੇਂਦਰੀ ਮੰਤਰੀਆਂ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਹੋਣ ਜਾ ਰਹੀ ਹੈ। ਉਮੀਦ ਹੈ ਕਿ ਇਹ ਮੀਟਿੰਗ ਸਕਾਰਾਤਮਕ ਰਹੇਗੀ ਅਤੇ ਪੰਜਾਬ 'ਚ ਮੁੜ ਮਾਲ ਗੱਡੀਆਂ ਲੀਹਾਂ ਤੇ ਦੌੜਦੀਆਂ ਨਜ਼ਰ ਆਉਣਗੀਆਂ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਸਥਿਤੀ ਵੱਧ ਤੋਂ ਬੱਤਰ ਹੋ ਸਕਦੀ ਹੈ। ਭਵਾਨੀਗੜ੍ਹ ਤੋਂ ਰਵੀ ਆਜ਼ਾਦ ਦੇ ਨਾਲ ਬਿਊਰੋ ਰਿਪੋਰਟ ਨਿਊਜ਼ 18। ਅਗਲੀ ਖਬਰ ਡਾਕਟਰ ਦੀ ਲਾਪਰਵਾਹੀ ਦੇ ਨਾਲ ਜੁੜੀ ਹੋਈ ਹੈ। ਡਾਕਟਰਾਂ ਦੀ ਲਾਪਰਵਾਹੀਆਂ ਦੇ ਕਿੱਸੇ ਤੁਸੀਂ ਆਮ ਸੁਣੇ ਤੇ ਦੇਖੇ ਹੋਣਗੇ, ਪਰ ਅੱਜ ਜੋ ਕਿੱਸਾ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜਾਂ ਫਿਰ ਕਹਿ ਲਓ ਡਾਕਟਰਾਂ ਤੇ ਜੋ ਇਲਜ਼ਾਮ ਇਸ ਵੇਲੇ ਲੱਗੇ ਨੇ ਉਹ ਆਪਣੇ ਆਪ ਦੇ ਵਿੱਚ ਵਿਲੱਖਣ ਹੈ। ਜਿਨ੍ਹਾਂ ਤਸਵੀਰਾਂ ਨੂੰ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਉਹ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰਦੀਆਂ ਨੇ। ਸਵਾਲ ਵਿਵਸਥਾ ਤੇ, ਸਵਾਲ ਵਿਸ਼ਵਾਸ ਤੇ ਅਤੇ ਵਿਸ਼ਵਾਸ ਦੇ ਹੁੰਦੇ ਕਾਣ ਤੇ। ਅਤੇ ਇਸ ਦੀ ਮਾਂ ਇਸ ਸੀਵੇਜ 'ਚ ਬਲ ਕੇ ਰਾਖ ਹੋ ਗਈ ਤੇ ਪਿੱਛੇ ਛੱਡ ਗਈ ਇੱਕ ਸੁਰਾਗ। ਕੀ ਹੈ ਉਹ ਸੁਰਾਗ ਦੱਸਦੇ ਹਾਂ, ਪਰ ਪਹਿਲਾਂ ਜ਼ਰਾ ਪੂਰਾ ਮਾਜਰਾ ਸਮਝ ਲਵੋ। ਦਰਅਸਲ ਕਿਹਾ ਜਾ ਰਿਹਾ ਹੈ ਕਿ ਇਸ ਬੱਚੀ ਦੀ ਮਾਂ ਨੂੰ 6 ਨਵੰਬਰ ਨੂੰ ਮੋਗਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸਨੇ ਇਸ ਬੱਚੀ ਨੂੰ ਜਨਮ ਦਿੱਤਾ। ਜਾਣਕਾਰੀ ਮੁਤਾਬਕ 2 ਦਿਨ ਬਾਅਦ ਇਸ ਦੀ ਮਾਂ ਦੀ ਤਬੀਅਤ ਵਿਗੜਨ ਲੱਗੀ, ਜਿਸ ਤੋਂ ਬਾਅਦ ਮ੍ਰਿਤਕ ਦੀ ਮਾਂ ਯਾਨੀ ਕਿ ਇਸ ਬੱਚੀ ਦੀ ਨਾਨੀ ਨੇ ਡਾਕਟਰ ਦੇ ਮਿੰਨਤਾਂ ਤਰਲੇ ਪਾਏ। ਬੱਚਾ ਹੋਣ ਵਾਲਾ ਸੀਗਾ ਜੀ, ਸਰਕਾਰੀ ਹਸਪਤਾਲ ਐਡਮਿਟ ਕੀਤੀ ਆ। ਦਿਨ ਸ਼ੁੱਕਰਵਾਰ ਆ ਜੀ, ਸ਼ੁੱਕਰਵਾਰ ਵੀ ਵਧੀਆ ਰਹੀ। ਸ਼ਨੀਵਾਰ ਦੀ ਰਾਤ ਨੂੰ ਥੋੜੀ ਥੋੜੀ ਭਰੂਣ ਪੈਣ ਲੱਗ ਗਈ ਕੁੜੀ ਦੇ ਮੂੰਹ ਤੇ। ਅੱਛਾ। ਐਤਵਾਰ ਰਾਤ ਤੜਕੇ ਸਵੇਰ ਜ਼ਿਆਦਾ ਭਰੂਣ ਹੋ ਗਈ ਕੁੜੀ ਦੇ ਮੂੰਹ ਤੇ ਵੀ ਹੋ ਗਈ, ਪੇਟ ਵੀ ਫੁੱਲ ਗਿਆ। ਮੈਂ ਬਹੁਤ ਰੌਲਾ ਪਾਇਆ, ਮੈਂ ਬਹੁਤ ਕਰਾਈ ਉਹਨਾਂ ਦੇ ਮੂਹਰੇ। ਮੈਂ ਪੈਰ ਫੜ ਤੇ ਕਰ ਗਈ। ਮੈਂ ਕਿਹਾ ਮੇਰੀ ਬੇਟੀ ਤੇ ਮੈਂ ਕਿਹਾ ਸੂਜੀਆਂ ਦਾ ਵੀ ਸਾਰੀਆਂ ਦੇ ਆਪਰੇਸ਼ਨ ਹੋਏ ਆ, ਇਹਨਾਂ ਨੂੰ ਸੋਚ ਨਹੀਂ ਚੜੀ, ਮੇਰੀ ਬੇਟੀ ਨੂੰ ਕਿਉਂ ਸੋਚ ਚੜੀ ਆ। ਸ਼ਨੀਵਾਰ ਰਾਤ ਨੂੰ ਬੰਨ ਪੈ ਗਿਆ, ਬਾਥਰੂਮ ਰੁਕਣਾ ਸ਼ੁਰੂ ਹੋ ਗਿਆ। ਮੈਂ ਉਦੋਂ ਬਹੁਤ ਕਰਾਈ, ਮੈਂ ਕਹਿੰਦਾ ਬਾਥਰੂਮ ਰੁਕ ਗਿਆ। ਤੁਸੀਂ ਦੇਖੋ, ਤੁਸੀਂ ਨਰਸਾਂ ਡਾਕਟਰਾਂ ਤੁਸੀਂ ਅੱਧਾ ਰੱਬ ਵੇਖੋ ਵੀ ਕਾਹਤੋਂ ਹੋਇਆ। ਉਹਨਾਂ ਨੇ ਕੇਸ ਕੀਤਾ, ਜਦੋਂ ਉਹਨਾਂ ਨੇ ਬੋਤਲ ਨਾਲ ਹੀ ਸਾਰਾ ਕੁਝ ਬਦਲਿਆ। ਨਹੀਂ, ਉਹਨਾਂ ਤੋਂ ਕੁਝ ਨਹੀਂ ਹੋਇਆ। ਜਾਣਕਾਰੀ ਮੁਤਾਬਕ ਅਜਿਹੀਆਂ ਕੁਝ ਤਰਲੇ ਮਿੰਟਾਂ ਤੋਂ ਬਾਅਦ ਡਾਕਟਰਾਂ ਨਰਸਾਂ ਨੇ ਇਸ ਬੱਚੀ ਦੀ ਮਾਂ ਨੂੰ ਫਰੀਦਕੋਟ ਹਸਪਤਾਲ ਰੈਫਰ ਕੀਤਾ, ਜਿੱਥੇ ਉਸ ਦੀ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਤਾਂ ਅਜੇ ਤੱਕ ਕੁਝ ਸਪਸ਼ਟ ਤੌਰ ਤੇ ਪਤਾ ਨਹੀਂ ਲੱਗ ਸਕਿਆ, ਪਰ ਇੱਕ ਸੁਰਾਗ ਜਿਸ ਦੀ ਅਸੀਂ ਗੱਲ ਕੀਤੀ ਸੀ ਉਹ ਜ਼ਰੂਰ ਨਿਕਲ ਕੇ ਸਾਹਮਣੇ ਆਇਆ। ਅਤੇ ਉਹ ਹੈ ਕੈਂਚੀ।
ਬਾਕੀ ਦਾ ਮਸਲਾ ਸਮਝ ਦੇ ਵਿੱਚ ਆ ਹੀ ਰਿਹਾ ਹੋਵੇਗਾ, ਪਰ ਥੋੜਾ ਜਿਹਾ ਇਸ ਨੂੰ ਹੋਰ ਵਿਸਥਾਰ ਰੂਪ ਦੇ ਰਹੇ ਹਾਂ। ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ। ਮੌਕੇ ਤੇ ਆ ਕੇ ਦੇਖਿਆ ਗਿਆ ਉਹ ਕੈਂਚੀ ਮਿਲੀ ਸੀਗੀ ਤੇ ਇਹਦੇ ਸੰਬੰਧੀ ਮੁੱਖ ਅਫਸਰ ਜੈਪਾਲ ਸਰ ਐਸਐਚਓ ਸਾਹਿਬ ਨੂੰ ਚੜਕ ਦੱਸਿਆ ਗਿਆ ਤੇ ਕਹਿੰਦੇ ਸੀ ਵੀ ਅਸੀਂ ਮੌਕੇ ਤੇ ਆ ਰਹੇ ਹਾਂ। ਕੀ ਦੱਸਣਾ ਕੀ ਹੈ ਪਰਿਵਾਰ ਵਾਲਿਆਂ ਨੇ ਕੀ ਦੱਸਿਆ? ਉਹ ਦੱਸਦੇ ਵੀ ਕਹਿੰਦੇ ਡਾਕਟਰ ਸਾਹਿਬ ਦੀ ਲਾਪਰਵਾਹੀ ਨਾਲ ਹੋਇਆ ਇਹ ਤੇ ਵੀ ਕੈਂਚੀ ਮਿਲ ਗਈ ਹੈ ਤੇ ਉਹ ਕੈਂਚੀ ਜਿਹੜੀ ਹੈ ਕਬਜ਼ੇ 'ਚ ਲੈ ਲਈ। ਕਦੋਂ ਮਿਲੀ ਹੈ? ਫੁੱਲ ਚੁੱਕਣ ਦੇ ਦੌਰਾਨ ਮਿਲੀ ਹੈ? ਆਹੋ ਹੁਣ ਕਬਜ਼ੇ 'ਚ ਲਈ ਹੈ ਜੀ ਇਸ ਟਾਈਮ। ਹੋਰ ਕੀ ਮਿਲਿਆ ਨਾਲ? ਕੁਝ ਹੋਰ ਵੀ ਮਿਲਿਆ ਜੀ? ਬਸ ਉਹ ਟੁਕੜੇ ਮਿਲੇ ਕੈਂਚੀ ਦਾ ਮਿਲਿਆ। ਬਹਿਰਾਲ ਇਸ ਸਿਵੇ ਦੇ ਵਿੱਚ ਫੁੱਲ ਯਾਨੀ ਕਿ ਅਸਥੀਆਂ ਚੁਗੇ ਜਾਣ ਤੋਂ ਬਾਅਦ ਕੈਂਚੀ ਮਿਲੀ, ਜਿਸ ਨੂੰ ਪੁਲਿਸ ਨੇ ਆਪਣੀ ਜਾਂਚ ਦਾ ਹਿੱਸਾ ਬਣਾ ਲਿਆ। ਪਰ ਦੂਜੇ ਪਾਸੇ ਮੋਗਾ ਜ਼ਿਲ੍ਹਾ ਦੇ ਸਹਾਇਕ ਸਿਵਲ ਸਰਜਨ ਨੂੰ ਜਦੋਂ ਸਾਡੇ ਪੱਤਰਕਾਰ ਨੇ ਇਸ ਘਟਨਾ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਮਾਮਲਾ ਧਿਆਨ ਦੇ ਵਿੱਚ ਆਇਆ, ਜਾਂਚ ਕਰਵਾਈ ਜਾਏਗੀ। ਨਾਲ ਹੀ ਦੱਸਿਆ ਕਿ ਮੋਗਾ ਹੀ ਨਹੀਂ ਫਰੀਦਕੋਟ ਦੇ ਵਿੱਚ ਵੀ ਆਪਰੇਸ਼ਨ ਹੋਇਆ ਸੀ, ਸੋ ਜਾਂਚ ਤੋਂ ਬਾਅਦ ਐਕਸ਼ਨ ਹੋਏਗਾ। ਪੱਤਰਕਾਰਾਂ ਨੇ ਇੱਕ ਤੋਂ ਬਾਅਦ ਇੱਕ ਕਈ ਸਵਾਲ ਕੀਤੇ, ਪਰ ਸਹਾਇਕ ਸਿਵਲ ਸਰਜਨ ਨੂੰ ਜ਼ਿਆਦਾ ਜਾਣਕਾਰੀ ਨਹੀਂ ਸੀ। मैं मेरे मामला ध्यान च आया जो भी कुछ मिला इंस्ट्रूमेंट वो पुलिस ने सील कर लिया है साढ़े अधिकारियों की हाजिरी में। यदि इन्वेस्टिगेशन कराई जाऊगी, जांच पड़ताल करांगे। फरीदकोट भी वह ऑपरेशन होया, उत्थों भी रिकॉर्ड मंगावांगे। सारा मुकम्मल जानकारी निरपक्ष जांच करके जे कोई अगर कोई साडा अधिकारी कर्मचारी दोषी पाया गया। दरअसल सरकारी हस्पतालों ਦੇ ਵਿੱਚ ਕੰਮ ਹੀ ਬੇहद ਹੁੰਦਾ ਹੈ, ਤੁਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਹੀ ਹੋ। ਡਾਕਟਰ ਸਾਹਿਬ ਬਿਜ਼ੀ ਵੀ ਨੇ, ਸੋ ਜਲਦੀ ਰਿਕਾਰਡ ਮੰਗਵਾਉਣਗੇ। ਖੈਰੇ ਬੱਚੀ ਮਾਂ ਤੋਂ ਵਾਂਝੀ ਹੋ ਚੁੱਕੀ ਹੈ, ਇਸ ਦੀ ਮਾਂ ਇਸ ਦੁਨੀਆ ਤੋਂ ਰੁਖਸਤ ਹੋ ਗਈ ਤੇ ਕਾਨੂੰਨੀ ਲੜਾਈ ਇਸ ਦਾ ਪਰਿਵਾਰ ਲੜਨ ਦੇ ਲਈ ਮਜਬੂਰ ਹੋ ਚੁੱਕਾ ਹੈ। ਆਉਣ ਵਾਲਾ ਵਕਤ ਦੱਸੇਗਾ ਮੌਤ ਦੀ ਵਜ੍ਹਾ ਕੀ ਸੀ। ਮੋਗਾ ਤੋਂ ਦੀਪਕ ਸਿੰਘਲਾ, ਨਿਊਜ਼ 18 ਪੰਜਾਬ। ਉਧਰ ਇਸ ਵਿਚਾਲੇ ਇੱਕ ਚੰਗੀ ਖਬਰ ਵੀ ਹੈ। ਸਮਾਜ ਜਾਗਰੂਕ ਹੋ ਰਿਹਾ ਹੈ ਤੇ ਧੀਆਂ ਨੂੰ ਵੀ ਬਰਾਬਰ ਦਾ ਦਰਜਾ ਮਿਲਣ ਲੱਗਿਆ ਹੈ। ਹਰਿਆਣਾ ਦੇ ਲਿੰਗ ਅਨੁਪਾਤ ਤੋਂ ਇੱਕ ਖੁਦ ਬਖੁਦ ਪਤਾ ਲੱਗ ਰਿਹਾ ਹੈ। ਦੇਖੋ ਰਿਪੋਰਟ। ਧੀਆਂ ਜਿਨ੍ਹਾਂ ਨੂੰ ਕਦੇ ਬੋਝ ਸਮਝਿਆ ਜਾਂਦਾ ਸੀ, ਕਈ ਮਾਪੇ ਧੀਆਂ ਨੂੰ ਸਵੀਕਾਰਨ ਤੋਂ ਇਨਕਾਰ ਕਰ ਦਿੰਦੇ ਸਨ। ਧੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਸੀ। ਪਰ ਹੁਣ ਹੌਲੀ-ਹੌਲੀ ਸਮਾਜ ਦੀ ਸੋਚ ਬਦਲ ਰਹੀ ਹੈ। ਅੱਜ ਧੀਆਂ ਹਰ ਖੇਤਰ ਵਿੱਚ ਮੁੰਡਿਆਂ ਦੇ ਬਰਾਬਰ ਟੱਕਰ ਦੇ ਰਹੀਆਂ ਨੇ। ਇਹੀ ਵਜ੍ਹਾ ਹੈ ਕਿ ਹੁਣ ਲਿੰਗ ਅਨੁਪਾਤ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਸੱਚ ਕਰਕੇ ਦਿਖਾਇਆ ਹੈ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਨੇ, ਜੋ ਲਿੰਗ ਅਨੁਪਾਤ ਨੂੰ ਲੈ ਕੇ ਪੂਰੇ ਹਰਿਆਣਾ 'ਚੋਂ ਟੌਪ ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਅਕਤੂਬਰ ਮਹੀਨੇ ਤੱਕ ਸਿਰਸਾ ਜ਼ਿਲ੍ਹੇ ਦੇ ਵਿੱਚ 1000 ਲੜਕੀਆਂ ਪਿੱਛੇ 947 ਲੜਕੀਆਂ ਦਾ ਜਨਮ ਹੋਇਆ। ਉਤੇ ਸੂਬੇ ਦੇ ਵਿੱਚ ਦੂਜਾ ਸਥਾਨ ਪਾਣੀਪਤ ਜ਼ਿਲ੍ਹੇ ਦਾ ਹੈ, ਜਿੱਥੇ 1000 ਮੁੰਡਿਆਂ ਪਿੱਛੇ 946 ਕੁੜੀਆਂ ਨੇ ਜਨਮ ਲਿਆ। ਇਸੇ ਤਰ੍ਹਾਂ ਤੀਜੇ ਨੰਬਰ ਤੇ ਕੁਰੂਕਸ਼ੇਤਰ ਜ਼ਿਲ੍ਹਾ ਰਿਹਾ, ਜਿੱਥੇ ਲੜਕੀਆਂ ਦਾ ਲਿੰਗ ਅਨੁਪਾਤ 937 ਰਿਹਾ, ਜਦਕਿ ਜ਼ਿਲ੍ਹਾ ਝੱਜਰ 880 ਲੜਕੀਆਂ ਦੇ ਨਾਲ 22ਵੇਂ ਨੰਬਰ ਤੇ ਸਭ ਤੋਂ ਪਛੜਿਆ। ਅਕਤੂਬਰ ਮਹੀਨੇ ਤੱਕ ਸੂਬੇ ਦੇ ਵਿੱਚ 4,34,286 ਬੱਚਿਆਂ ਨੇ ਜਨਮ ਲਿਆ, ਜਿਨ੍ਹਾਂ ਦੇ ਵਿੱਚ 2,26,359 ਮੁੰਡੇ ਤੇ 2,07,927 ਕੁੜੀਆਂ ਨੇ ਤੇ ਸੂਬੇ ਭਰ ਦੇ ਵਿੱਚ ਲਿੰਗ ਅਨੁਪਾਤ 1000 ਮੁੰਡਿਆਂ ਪਿੱਛੇ 919 ਕੁੜੀਆਂ ਨੇ। ਸਿਰਸਾ ਜ਼ਿਲ੍ਹੇ ਦੇ ਵਿੱਚ ਅਕਤੂਬਰ ਮਹੀਨੇ ਤੱਕ ਕੁੱਲ 17,099 ਬੱਚਿਆਂ ਨੇ ਜਨਮ ਲਿਆ, ਜਿਨ੍ਹਾਂ ਦੇ ਵਿੱਚ 8,780 ਮੁੰਡੇ ਤੇ 8,319 ਕੁੜੀਆਂ ਸ਼ਾਮਲ ਨੇ। सेक्स रेशो का अभी भी हमारे पास स्टेट से इंफॉर्मेशन आई है भी सिरसा जिला अक्टूबर तक का जो हमने वो किया है अवलोकन, उसमें प्रथम है। तो हमारा 1000 लड़कों पे 947 लड़कियां हैं, तो हमारा सेक्स रेशो 947 है। हमारे ज़िले में टोटल 57 अल्ट्रासाउंड सेंटर हैं और 77 मशीन है। तो मैंने जो मेरा डिप्टी सिविल सर्जन है, फिर जो नोडल अफसर है वो और उससे टीमें बनाई हुई है जो कि रेगुलर हमारे हर 3 महीने बाद अल्ट्रासाउंड सेंटर का निरीक्षण करती है और हमें रिपोर्ट देती है। ਕੁੜੀਆਂ ਪ੍ਰਤੀ ਹੁਣ ਲੋਕਾਂ ਦੀ ਸੋਚ ਬਦਲ ਰਹੀ ਹੈ। ਬੇਟੀਆਂ ਨੂੰ ਜਨਮ ਦੇਣ ਵਾਲੀ ਕਿਰਨ ਰਾਣੀ ਵੀ ਆਪਣੀ ਧੀਆਂ ਤੇ ਮਾਣ ਮਹਿਸੂਸ ਕਰ ਰਹੀ ਹੈ। ਕਿਰਨ ਨੇ ਦੱਸਿਆ ਕਿ ਉਸ ਦੀਆਂ ਪਹਿਲੀਆਂ 3 ਬੇਟੀਆਂ ਨੇ ਤੇ ਚੌਥੀ ਬੇਟੀ ਹੋਣ ਤੇ ਵੀ ਉਸ ਨੂੰ ਫਖਰ ਹੈ। मेरी बेटी हुई हमें बहुत खुशी है।
घर में हमारी लक्ष्मी आई है बहुत सालों के बाद, 2 साल। मेरे पहले लड़का है, हम पहले भी चाहते थे कि भी हमारे पहले बेटी हो, लेकिन हमारे लड़का हो गया। हमें उससे भी ज़्यादा खुशी हो रही है, महसूस हो रही है कि हमारे घर में अब दूसरी लड़की आ गई है। ਹਰਿਆਣਾ ਵਿੱਚ ਲਗਾਤਾਰ ਵੱਧ ਰਿਹਾ ਲਿੰਗ ਅਨੁਪਾਤ ਇੱਕ ਚੰਗਾ ਸੁਨੇਹਾ ਹੈ, ਜਿਸ ਤੋਂ ਹੋਰਨਾਂ ਸੂਬਿਆਂ ਨੂੰ ਵੀ ਸਿੱਖਣ ਦੀ ਜ਼ਰੂਰਤ ਹੈ। ਸੋਚ ਨੂੰ ਬਦਲਣ ਦੀ ਲੋੜ ਹੈ ਤਾਂ ਜੋ ਧੀਆਂ ਵੀ ਸਮਾਜ ਦੇ ਵਿੱਚ ਸਿਰ ਉੱਚਾ ਕਰਕੇ ਚੱਲ ਸਕਣ। ਸਿਰਸਾ ਤੋਂ ਨਕਲ ਜਸੂਜਾ, ਨਿਊਜ਼ 18 ਪੰਜਾਬ। तो फिलहाल इस बुलेटिन में इतना ही। अगे भी खबरों का सिलसिला न्यूज़ 18 ते लगातार जारी है।